ਵੈਲਕਮ ਸਾਰਿਆਂ ਦਾ ਜੀ ਸਾਡੇ ਇਸ ਐਮਕਨ ਇਮੀਗ੍ਰੇਸ਼ਨ ਦੇ YouTube ਚੈਨਲ ਤੇ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਮੈਂਬਰ ਹਾਂ ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਉਂਸਲ ਦਾ। ਇੱਕ ਵਾਹਿਦ ਇਹੋ ਜਿਹੀ ਬੋਡੀ ਹੈ ਜਿਹੜੇ ਜਿੰਨੇ ਵੀ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਕੈਨੇਡਾ 'ਚ, ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਕੈਨੇਡੀਅਨ ਲਾਅ ਨੂੰ ਪ੍ਰੈਕਟਿਸ ਕਰਦੇ ਨੇ, ਉਹਨਾਂ ਨੂੰ ਰੈਗੂਲੇਟ ਕਰਦੀ ਹੈ। ਇਹ ਬੋਡੀ ਡਾਇਰੈਕਟਲੀ ਜਿਹੜੀ ਫੈਡਰਲ ਗਵਰਨਮੈਂਟ ਹੈ ਕੈਨੇਡਾ ਦੀ, ਉਹਦੇ ਅੰਡਰ ਅਸੀਂ ਕੰਮ ਕਰਦੇ ਹਾਂ। ਅਸੀਂ ਚਾਹੇ ਕੈਨੇਡਾ 'ਚ ਰਹੀਏ ਜਾਂ ਕੈਨੇਡਾ ਤੋਂ ਬਾਹਰ ਰਹੀਏ, ਇੱਕ ਇਮੀਗ੍ਰੇਸ਼ਨ ਕੰਸਲਟੈਂਟ ਕੈਨੇਡਾ ਰੈਗੂਲੇਟਰੀ ਕਾਉਂਸਲ ਦਾ ਮੈਂਬਰ ਹੋਣਾ ਤੁਹਾਨੂੰ ਜ਼ਰੂਰੀ ਹੈ ਅਗਰ ਤੁਸੀਂ ਆਪਦੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਹੋ। ਸਾਡੇ ਕੋਲ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੂਗੀ ਇਟ ਵਿਲ ਬੀ ਮੋਰ ਆਥੈਂਟਿਕ ਐਂਡ ਮੋਰ ਜੈਨੂਅਨ। ਜਿਹੜਾ ਮੇਨ ਆਪਣਾ ਟੌਪਿਕ ਹੈਗਾ ਉਹ ਇਹ ਹੈਗਾ ਵਾ, ਬੜੇ ਸਟੂਡੈਂਟਸ ਦੇ ਮਨ 'ਚ ਹੁਣ ਇਹ ਗੱਲ ਆਉਂਦੀ ਹੈ ਕਿ ਕੀ ਇਸ ਜਿਹੜਾ ਸਾਡਾ ਕੈਨੇਡਾ ਵਿੱਚ ਜਾ ਕੇ ਪੜ੍ਹਨ ਦਾ ਡਰੀਮ ਆ, ਕੀ ਉਹ ਸ਼ੈਟਰ ਹੋ ਗਿਆ ਹੁਣ? ਕੀ ਅਸੀਂ ਕੈਨੇਡਾ ਜਾਣ ਦਾ ਭੁੱਲ ਜਾਈਏ ਫॉर ਟਾਈਮ ਬੀਇੰਗ ਐਟਲੀਸਟ ਟਿਲ 2021? ਔਰ ਉਹ 'ਚ ਨਵੀਂ ਖਬਰ ਆਉਂਦੀ ਹੈ, 2 ਦਿਨ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਕੁਝ ਮਾਈਨਰ ਚੇਂਜਸ ਲੈ ਕੇ ਆਉਂਦੀਆਂ ਨੇ ਸਟੱਡੀ ਪਰਮਿਟ ਨੂੰ ਲੈ ਕੇ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ। ਉਹਦੇ ਨਾਲ ਬੱਚੇ ਥੋੜ੍ਹੇ ਘਬਰਾਏ ਹੋਏ ਨੇ। ਦੇਖੋ ਫਰੈਂਕਲੀ ਕੋਈ ਤੁਹਾਨੂੰ ਆਪਦਾ ਡਰੀਮ ਸ਼ੈਟਰ ਕਰਨ ਦੀ ਲੋੜ ਨਹੀਂ ਹੈਗੀ। ਮੈਨੂੰ ਪਤਾ ਕਿ ਆਪਾਂ ਸਾਰੇ ਉਦਾਸ ਆ, ਸਟੂਡੈਂਟ ਖਾਸ ਤੌਰ 'ਤੇ ਜਿਹੜੇ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਸੀਗੇ। ਇਹ ਨਹੀਂ ਹੁੰਦਾ ਕਿ ਪੜ੍ਹਾਈ ਇਕੱਲੀ ਤੁਸੀਂ ਪੜ੍ਹਨ ਨਹੀਂ ਜਾਂਦੇ ਹੋ, ਤੁਸੀਂ ਉਸ ਮਾਹੌਲ ਨੂੰ ਵੀ ਇੰਜੋਏ ਕਰਦੇ ਹੋ ਜਾਂਦੇ ਹੋ। ਇਨ ਕਲਾਸ ਪੜ੍ਹਨ ਦਾ ਔਰ ਘਰ ਬੈਠ ਕੇ ਪੜ੍ਹਨ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਵਾ। ਬਟ ਇੱਕ ਗੱਲ ਸਮਝਣ ਵਾਲੀ ਹੈ ਕਿ ਅੱਜ ਦੀ ਡੇਟ 'ਚ ਮਜਬੂਰੀਆਂ ਨੇ ਸਾਰੇ ਦੁਨੀਆ ਦੀਆਂ। ਕੈਨੇਡੀਅਨ ਗਵਰਨਮੈਂਟ ਦੀ ਮਜਬੂਰੀ ਹੈ, ਹਾਲਾਂਕਿ ਉਹਨਾਂ ਦੇ ਕੋਲ ਕੋਵਿਡ ਦੇ ਕੇਸਿਸ ਬਹੁਤ ਘੱਟ ਨੇ, 100 ਤੋਂ ਘੱਟ ਕੇਸਿਸ ਆਉਂਦੇ ਨੇ ਰੈਗੂਲਰ ਬੇਸਿਸ ਦੇ ਉੱਪਰ। ਪਰ ਥੋੜ੍ਹਾ ਮਨ 'ਚ ਡਰ ਇਹ ਬਣਿਆ ਹੋਇਆ ਕਿ ਸਰਦੀਆਂ ਆ ਰਹੀਆਂ ਨੇ, ਜੋ ਗੱਲਾਂ ਚੱਲਦੀਆਂ ਨੇ ਕਿ ਸ਼ਾਇਦ ਇਹ ਰੀਅਕਰ ਨਾ ਕਰ ਜਾਵੇ ਕੋਵਿਡ, ਐਂਡ ਇਟ ਕੈਨ ਬੀ ਮੋਰ ਡੈਡਲੀ ਦੈਨ ਵਾਟ ਵੀ ਹੈਵ ਸੀਨ ਔਰ ਵਾਟ ਵੀ ਆਰ ਸੀਇੰਗ। ਇੰਡੀਆ ਵਿੱਚ ਵੀ ਹਾਲਾਂਕਿ ਕੋਵਿਡ ਦੇ ਕੇਸਿਸ ਆਪਣੇ ਬਹੁਤ ਨੇ, ਬਟ ਜਿਹੜਾ ਉਹਦੇ ਵਿੱਚ ਆਪਾਂ ਗੱਲ ਕਰੀਏ ਵੀ ਡੈਥ ਰੇਟ ਆ, ਦੈਟ ਇਜ਼ ਵੈਰੀ ਵੈਰੀ ਲੈਸ। ਇਹ ਵੀ ਇੰਨਾ ਡੈਡਲੀ ਨਹੀਂ ਹੈਗਾ ਕੋਵਿਡ ਇਨ ਇੰਡੀਆ ਜਿੰਨਾ ਆਪਾਂ ਯੂਰਪ ਦੇ ਵਿੱਚ ਕੁਝ ਕੰਟਰੀਜ਼ ਦੇ ਵਿੱਚ ਦੇਖਿਆ ਸੀਗਾ। ਕੈਨੇਡਾ ਦੇ ਵਿੱਚ ਸਿਚੁਏਸ਼ਨ ਇਜ਼ ਵੈਰੀ ਮਚ ਅੰਡਰ ਕੰਟਰੋਲ। ਪਰ ਕਿਉਂਕਿ ਮਨ ਦੇ ਵਿੱਚ ਡਰ ਹੈਗਾ ਵਾ, ਔਰ ਇਹਦਾ ਇੱਕੋ ਇਲਾਜ ਆ ਸੋਸ਼ਲ ਡਿਸਟੈਂਸਿੰਗ। ਹੁਣ ਕਲਾਸਰੂਮ ਦੇ ਵਿੱਚ ਆਮ ਤੌਰ 'ਤੇ 30-35 ਸਟੂਡੈਂਟਸ ਹੁੰਦੇ ਨੇ। ਅੱਜ ਦੀ ਡੇਟ ਦੇ ਵਿੱਚ ਜਿਹੜੇ ਨੋਰਮਸ ਨੇ ਉਹਦੇ ਹਿਸਾਬ ਨਾਲ 17-18 ਸਟੂਡੈਂਟ ਹੀ ਹੋ ਸਕਦੇ ਨੇ, ਅਤੇ ਹੋਰ ਵੀ ਮਨ 'ਚ ਕਈ ਤਰ੍ਹਾਂ ਦੇ ਭੈ ਨੇ। ਹਾਲਾਂਕਿ ਇੰਟਰਨੈਸ਼ਨਲ ਸਟੂਡੈਂਟ ਮੈਡੀਕਲ ਉਹਨਾਂ ਦਾ ਕਵਰੇਜ ਹੁੰਦੀ ਆ, ਬਟ ਉਸ ਲੈਵਲ 'ਤੇ ਨਹੀਂ ਹੁੰਦੀ ਜਿਸ ਲੈਵਲ 'ਤੇ ਉੱਥੇ ਦੇ ਰੈਜ਼ੀਡੈਂਟਸ ਦੀ ਹੁੰਦੀ ਆ। ਔਰ ਮੈਡੀਕਲ ਜਿਹੜੀਆਂ ਫੈਸਿਲਿਟੀਜ਼ ਨੇ, ਕਿਉਂਕਿ ਪਾਪੂਲੇਸ਼ਨ ਘੱਟ ਆ, ਉਨੀਆਂ ਲਾਰਜ ਸਕੇਲ 'ਤੇ ਨਹੀਂ ਹੈਗੇ ਜਿੰਨੀਆਂ ਸਾਡੀ ਕੰਟਰੀ 'ਚ ਹੈਗੀਆਂ ਨੇ। ਅਤੇ ਇਹ ਸਾਰੇ ਰੀਜ਼ਨ ਨੇ ਜਿਨ੍ਹਾਂ ਕਰਕੇ ਥੋੜ੍ਹੇ ਸਕੈਪਟੀਕਲ ਨੇ ਉਹ ਆਊਟਸਾਈਡਰ ਨੂੰ ਬੁਲਾਉਣ ਲਈ, ਜਿਨ੍ਹਾਂ ਵਿੱਚ ਮੇਨਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ। ਅੱਜ ਦੀ ਡੇਟ 'ਚ ਉਹਨਾਂ ਨੇ ਈਵਨ ਜਿਹੜੇ ਉੱਥੇ ਵਿਜ਼ਟਰਸ ਗਏ ਹੋਏ ਨੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਔਰ ਰੈਡਲੀ ਉਹ ਵਰਕ ਪਰਮਿਟ ਉਹਨਾਂ ਨੂੰ ਦੇ ਵੀ ਰਹੇ ਨੇ। ਕੈਨੇਡਾ ਦੀ ਇੱਕ ਇਹੋ ਜਿਹੀ ਵਾਹਿਦ ਗਵਰਨਮੈਂਟ ਹੈ ਜਿਨ੍ਹਾਂ ਨੇ ਸਟੂਡੈਂਟਸ ਨੂੰ ਬਹੁਤ ਸਪੋਰਟ ਕੀਤਾ, ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ। ਉੱਥੇ ਜਿਹੜੇ ਸਟੂਡੈਂਟਸ ਬੈਠੇ ਹੋਏ ਸੀ ਉਹਨਾਂ ਨੂੰ ਬੈਠਿਆਂ ਨੂੰ 4 ਮਹੀਨੇ $2,000 ਪਰ ਮੰਥ ਉਹਨਾਂ ਨੇ ਉਹਨਾਂ ਦੇ ਅਕਾਊਂਟਾਂ 'ਚ ਪਾਏ ਨੇ। ਤੁਸੀਂ ਇਮੈਜਿਨ ਕਰ ਸਕਦੇ ਹੋ ਕਿੱਡਾ ਵੱਡਾ ਅਮਾਊਂਟ ਆ। ਆਲਮੋਸਟ $1,10,000 ਰੁਪਇਆ ਹਰ ਮਹੀਨੇ 4 ਮਹੀਨੇ ਲਗਾਤਾਰ ਪਾਇਆ ਉਹਨਾਂ ਨੇ। ਸਟੂਡੈਂਟ ਸ਼ਾਇਦ ਇਹਨਾਂ ਅਰਨ ਵੀ ਨਹੀਂ ਕਰਦਾ ਹੈਗਾ। ਐਵਰੇਜ ਅਰਨਿੰਗ ਸਟੂਡੈਂਟ ਦੀ $800-900 ਹੀ ਹੁੰਦੀ ਹੈ ਮਹੀਨੇ ਦੀ। ਅਤੇ ਹੁਣ ਵੀ ਜਿੰਨਾ ਕੁਛ ਕੈਨੇਡੀਅਨ ਗਵਰਨਮੈਂਟ ਕਰ ਰਹੀ ਹੈ ਉਹ ਪ੍ਰੋ ਸਟੂਡੈਂਟ ਕਰ ਰਹੀ ਹੈ, ਸਟੂਡੈਂਟ ਦੇ ਫੇਵਰ 'ਚ ਕਰ ਰਹੀ ਹੈ, ਸਟੂਡੈਂਟ ਦੇ ਅਗੇਂਸਟ ਨਹੀਂ ਕਰ ਰਹੀ। ਔਨਲਾਈਨ ਕਲਾਸਿਸ ਲਗਾਉਣ ਦਾ ਆਬਜੈਕਟਿਵ ਵੀ ਇਹ ਸੀਗਾ ਤੁਹਾਡਾ ਟਾਈਮ ਵੇਸਟ ਨਾ ਹੋਵੇ, ਤੁਸੀਂ ਇੱਥੇ ਬੈਠ ਕੇ ਤੁਸੀਂ ਸਸਪੈਂਸ 'ਚ ਨਾ ਰਹੋ, ਠੀਕ ਹੈ ਨਾ, ਤੁਸੀਂ ਡਿਪਰੈਸ ਨਾ ਹੋ ਕਿ ਮੈਂ ਕਦ ਜਾਊਂਗਾ। ਹੁਣ ਕਿਉਂਕਿ ਮੈਂ ਦੱਸਿਆ ਸਰਦੀਆਂ ਦੇ ਵਿੱਚ ਸਿਚੁਏਸ਼ਨ ਵਿਗੜਨ ਦੇ ਚਾਂਸ ਹੋ ਸਕਦੇ ਨੇ, ਇਹ ਅੰਦੇਸ਼ਾ ਹੀ ਹੈ, ਹੋ ਸਕਦਾ ਕੁਝ ਵੀ ਨਾ ਹੋਵੇ। ਔਰ ਇਹਨੂੰ ਮੂਹਰੇ ਰੱਖਦੇ ਹੋਏ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਸੀਗਾ ਤੁਹਾਡਾ 30 ਅਪ੍ਰੈਲ 2021 ਤੱਕ ਐਕਸਟੈਂਡ ਕਰਤਾ ਕਿ ਤੁਸੀਂ ਔਨਲਾਈਨ ਕਲਾਸਿਸ ਲਾ ਸਕਦੇ ਹੋ, ਜਿਸ 'ਚ ਜਨਵਰੀ ਵਾਲੇ ਸਟੂਡੈਂਟਸ ਨੂੰ ਹੁਣ ਕਹਿ ਦਿੱਤਾ ਉਹਨਾਂ ਨੇ। ਇਹਦਾ ਮਤਲਬ ਜਨਵਰੀ ਵਾਲੇ ਸਟੂਡੈਂਟਸ ਵੀ AAP ਆਊਗੀ। ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਅੱਗੇ ਜਾ ਕੇ ਇਹੋ ਜਿਹਾ ਕੋਈ ਸਟੈਪ ਨਹੀਂ ਲਵਾਂਗੇ ਜਿਹਦੇ ਨਾਲ ਅਸੀਂ ਸਟੂਡੈਂਟਸ ਨੂੰ ਨਹੀਂ ਬੁਲਾਵਾਂਗੇ। ਉਹਨਾਂ ਨੇ ਸਿਰਫ ਔਨਲਾਈਨ ਕਲਾਸਿਸ ਦਾ ਇੱਕ ਤੁਹਾਨੂੰ ਪ੍ਰਿਵਿਲੇਜ ਐਕਸਟੈਂਡ ਕਰ ਦਿੱਤਾ ਵਾ ਤਾਂ ਕਿ ਤੁਸੀਂ ਸਸਪੀਸ਼ਨ 'ਚ ਨਾ ਰਹੋ। ਪਰ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕੈਨੇਡੀਅਨ ਗਵਰਨਮੈਂਟ ਦੀ, ਫੈਡਰਲ ਗਵਰਨਮੈਂਟ ਦੀ, ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀਆਂ ਸਟੇਟ ਗਵਰਨਮੈਂਟਸ ਨੇ, ਯੂਨੀਵਰਸਿਟੀ ਕਾਲਜਿਸ ਦੀ ਲਗਾਤਾਰ ਗੱਲਬਾਤ ਹੋ ਰਹੀ ਹੈ। ਯੂਨੀਵਰਸਿਟੀ ਕਾਲਜਿਸ ਦਾ ਬਹੁਤ ਬੜਾ ਪ੍ਰੈਸ਼ਰ ਹੈ ਗਵਰਨਮੈਂਟ ਦੇ ਉੱਪਰ, ਕਿਉਂਕਿ ਬਹੁਤ ਲਾਰਜ ਸਕੇਲ ਇੰਡਸਟਰੀ ਹੈ। 3-4 ਨੰਬਰ ਦੀ ਵੱਡੀ ਇੰਡਸਟਰੀ ਹੈ ਕੈਨੇਡਾ ਦੇ ਵਿੱਚ। ਤੁਸੀਂ ਇਮੈਜਿਨ ਕਰੋ ਕਿੰਨਾ ਵੱਡਾ ਕਾਰੋਬਾਰ ਹੋਊਗਾ, ਕਿੰਨਾ ਟੈਕਸ ਰੈਵਨਿਊ ਜਨਰੇਟ ਹੁੰਦਾ ਵਾ ਕੈਨੇਡੀਅਨ ਗਵਰਨਮੈਂਟ ਲਈ। ਨਾ ਸਿਰਫ ਤੁਸੀਂ ਉੱਥੇ ਜਾਂਦੇ ਹੋ, ਪੜ੍ਹਦੇ ਹੋ, ਤੁਸੀਂ ਫੀਸ ਪੇ ਕਰਦੇ ਹੋ, ਬਲਕਿ ਤੁਸੀਂ ਉਸ ਇਕੋਨਮੀ 'ਚ ਕਿੰਨਾ ਬੜਾ ਯੋਗਦਾਨ ਪਾਉਂਦੇ ਹੋ। ਤੁਸੀਂ ਰਹਿੰਦੇ ਹੋ, ਖਾਂਦੇ ਪੀਂਦੇ ਹੋ, ਹੋਰ ਕਈ ਤਰ੍ਹਾਂ ਦੇ ਆਪਾਂ ਖਰਚੇ ਕਰਦੇ ਹਾਂ, ਉਹ ਸਾਰੇ ਉਹਨਾਂ ਦੀ ਇਕੋਨਮੀ ਨੂੰ ਬੂਸਟ ਕਰਦੇ ਨੇ, ਅਤੇ ਉਹਨਾਂ ਨੂੰ ਤਾਂ ਬਹੁਤ ਬੜਾ ਨੁਕਸਾਨ ਹੋ ਰਿਹਾ ਹੈਗਾ। ਅੱਜ ਦੀ ਡੇਟ 'ਚ ਹਾਲਾਤ ਇਹ ਨੇ
ਕਿ ਜਿਹੜੀਆਂ 에ਅਰਲਾਈਨ ਇੰਡਸਟਰੀ ਅਗਰ ਅੱਜ ਜਹਾਜ਼ ਸ਼ੁਰੂ ਹੁੰਦੇ ਨੇ 2024 ਤੱਕ ਉਹਨਾਂ ਦੇ ਘਾਟੇ ਹੀ ਨਹੀਂ ਪੂਰੇ ਹੋਣੇ ਹੈਗੇ। 4-4 5-5 ਸਾਲ ਉਹਨਾਂ ਨੂੰ ਰਿਕਵਰ ਕਰਨ ਨੂੰ ਲੱਗਣਾ ਵਾ। ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਕਿੱਡਾ ਬੜਾ ਫਾਈਨੈਂਸ਼ੀਅਲ ਲਾਸ ਆ ਵਰਲਡ ਵਾਈਡ। ਇੰਡੀਆ ਵਿੱਚ ਵੀ ਸਾਡੇ ਕਾਰੋਬਾਰ ਵੀ ਬਹੁਤ ਬੈਡਲੀ ਹਿੱਟ ਨੇ, ਆਪਾਂ ਦੇਖਦੇ ਹਾਂ ਹੋਰ ਕਾਰੋਬਾਰ ਵੀ ਬਹੁਤ ਬੁਰੀ ਤਰ੍ਹਾਂ ਹਿੱਟ ਨੇ। ਅਸੀਂ 10-15% ਸਟਾਫ ਨਾਲ ਹੀ ਕੰਮ ਕਰ ਰਹੇ ਹਾਂ। ਬਾਕੀ ਲੋਕ ਜਿਹੜੇ ਘਰ ਬੈਠੇ ਨੇ ਤੁਸੀਂ ਉਹਨਾਂ ਨੂੰ ਇਮੈਜਿਨ ਕਰ ਸਕਦੇ, ਬਹੁਤ ਲੋਕਾਂ ਦੀ ਨੌਕਰੀ ਛੁੱਟ ਗਈ ਆ, ਬਹੁਤ ਲੋਕਾਂ ਨੂੰ ਸੈਲਰੀਜ਼ ਨਹੀਂ ਮਿਲ ਰਹੀਆਂ ਹੈਗੀਆਂ। ਤੇ ਇਹ ਸਾਰੇ ਕਰਕੇ ਇਹ ਨਹੀਂ ਕਿ ਕੋਈ ਗਵਰਨਮੈਂਟ ਚੁੱਪ ਬੈਠੀ ਆ, ਬਹੁਤ ਸਾਰੀ ਗਵਰਨਮੈਂਟ ਦੇ ਪਿੱਛੇ ਲੱਗੀਆਂ ਨੇ। ਬਹੁਤ ਜਲਦੀ ਮੈਨੂੰ ਉਮੀਦ ਹੈ ਨਵੰਬਰ-ਦਸੰਬਰ ਤੱਕ ਜ਼ਰੂਰ ਇਹਦੀ ਕੋਈ ਨਾ ਕੋਈ ਮੈਡੀਸਨ ਆਊਗੀ। ਇੰਡੀਅਨ ਗਵਰਨਮੈਂਟ ਵੀ ਆਪਣੀ ਬੜੀ ਜ਼ੋਰਾਂ ਸ਼ੋਰਾਂ ਨਾਲ ਆਪਣੀ ਕੋਸ਼ਿਸ਼ ਕਰ ਰਹੀ ਆ। ਤੇ ਇਸ ਗੱਲ ਤੋਂ ਤੁਹਾਨੂੰ ਉਦਾਸ ਹੋਣ ਦੀ ਲੋੜ ਨਹੀਂ ਹੈਗੀ ਕਿ ਤੁਹਾਨੂੰ ਬੁਲਾਇਆ ਨਹੀਂ ਜਾਊਗਾ। ਸਟੂਡੈਂਟ ਦੇ ਮਨ 'ਚ ਇਹ ਬੜਾ ਖਦਸ਼ਾ ਵਾ ਕਿ ਉਹਨਾਂ ਨੇ ਹੁਣ ਐਕਸਟੈਂਡ ਕਰਤਾ ਜੀ, ਇਹ ਕਹਿਤਾ April 30 ਤੱਕ ਤੁਸੀਂ ਪੜ੍ਹ ਸਕਦੇ ਹੋ, ਜਿਹਦੇ 'ਚ ਇਹ ਵੀ ਕਹਿਤਾ ਉਹਨਾਂ ਨੇ ਕਿ ਜਿਨ੍ਹਾਂ ਦੇ ਕੋਰਸ 8 ਮਹੀਨੇ ਜਾਂ 12 ਮਹੀਨੇ ਦੇ ਨੇ, ਸ਼ਾਰਟ ਡਿਊਰੇਸ਼ਨ ਦੇ ਨੇ, ਉਹ ਇੰਟਾਇਰ ਪ੍ਰੋਗਰਾਮ ਇੱਥੇ ਕਰ ਸਕਦੇ ਨੇ। ਉਹਨਾਂ ਦੇ ਮਨ 'ਚ ਇਹ ਵੀ ਹੈਗਾ ਡਰ ਕਿ ਇਹ ਨਾ ਕੱਲ੍ਹ ਨੂੰ ਕਹਿ ਦੇਣ ਕਿ 2 ਸਾਲ ਦਾ ਪ੍ਰੋਗਰਾਮ ਹੀ ਤੁਸੀਂ ਇੱਥੇ ਕਰੋ। ਹੁਣ ਤਾਂ ਉਹਨਾਂ ਨੇ ਕਿਹਾ ਵੀ ਅੱਧਾ ਪ੍ਰੋਗਰਾਮ ਇੱਥੇ ਕਰਨਾ ਤੁਸੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਜ਼ਰੂਰ ਤੁਹਾਨੂੰ ਉੱਥੇ ਬੁਲਾਉਣਗੇ। ਤੁਹਾਨੂੰ ਸਿਰਫ ਇੱਥੋਂ ਬੈਠ ਕੇ ਪੜ੍ਹਾ ਕੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦੀ ਫੈਸਿਲਿਟੀ ਨਹੀਂ ਐਕਸਟੈਂਡ ਕਰਨੀ ਉਹਨਾਂ ਨੇ। ਉਹਨਾਂ ਦਾ ਮੇਨ ਮਕਸਦ ਨੂੰ ਉੱਥੇ ਬੁਲਾਉਣ ਦਾ ਇਹ ਹੁੰਦਾ ਵਾ ਕਿ ਤੁਸੀਂ ਉਹਨਾਂ ਸੋਸਾਇਟੀ ਵਿੱਚ ਇੰਟੀਗ੍ਰੇਟ ਕਰੋ। ਬਹੁਤ ਲਾਰਜ ਸਕੇਲ 'ਤੇ ਸਕਿਲਡ ਵਰਕਰ ਦੀ ਲੋੜ ਆ ਉਹਨਾਂ ਨੂੰ, ਹਰ ਲੈਵਲ ਦੇ ਸਕਿਲਡ ਵਰਕਰ ਦੀ, ਹਰ ਤਰ੍ਹਾਂ ਦੇ, ਚਾਹੇ ਕੋਈ ਬਿਜ਼ਨਸ ਰਿਲੇਟਡ ਸਕਿਲਡ ਵਰਕਰ ਆ, ਕੋਈ ਟੈਕਨੀਸ਼ੀਅਨ ਆ, ਕੋਈ ਮੈਡੀਕਲ ਫੀਲਡ ਦੇ ਰਿਲੇਟਡ ਸਕਿਲਡ ਵਰਕਰ ਆ, ਛੋਟੇ ਤੋਂ ਲੈ ਕੇ ਵੱਡੇ ਇੰਜੀਨੀਅਰਸ ਨੇ, ਡਾਕਟਰਸ ਨੇ, ਸਾਇੰਟਿਸਟ ਨੇ, ਹਰ ਤਰ੍ਹਾਂ ਦੇ ਬੰਦੇ ਦੀ ਲੋੜ ਆ। ਈਵਨ ਤੁਸੀਂ ਕਹ ਲਓ ਲੌਰੀ ਡਰਾਈਵਰ, ਟਰੱਕ ਡਰਾਈਵਰ ਨੇ, ਹਰ ਤਰ੍ਹਾਂ ਦੇ ਵਰਕਰ ਦੀ ਲੋੜ ਆ ਕੈਨੇਡੀਅਨ ਗਵਰਨਮੈਂਟ ਨੂੰ। ਉਹਨਾਂ ਦੀ ਆਬਾਦੀ ਬਹੁਤ ਬਜ਼ੁਰਗ ਹੋ ਰਹੀ ਆ, ਮੈਡੀਕਲ ਦਾ ਬਹੁਤ ਵੱਡਾ ਭਾਰ ਉਹਨਾਂ 'ਤੇ, ਬਹੁਤ ਬੜਾ ਖਰਚਾ ਵਾ। ਇਹ ਇੱਕ ਮੇਨ ਰੀਜ਼ਨ ਆ ਕਿ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਉਣਾ ਸ਼ੁਰੂ ਕੀਤਾ। ਜਿਹੜੇ ਯੰਗਸਟਰਸ ਨੇ, ਜਿਹੜੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਨਾ ਸਿਰਫ ਸਕਿੱਲ ਐਕਵਾਇਰ ਕਰਦੇ ਨੇ ਕੈਨੇਡੀਅਨ ਸਿਸਟਮ ਨੂੰ ਸਮਝ ਜਾਂਦੇ ਨੇ, ਔਰ ਜਦ ਕੱਲ੍ਹ ਨੂੰ ਤੁਸੀਂ PR ਹੋ ਜਾਂਦੇ ਹੋ, ਤੁਸੀਂ ਬਹੁਤ ਵੱਡਾ ਯੋਗਦਾਨ ਪਾਉਂਦੇ ਹੋ ਉਹਨਾਂ ਦੀ ਜਿਹੜੀ ਮੈਨ ਪਾਵਰ ਉਹਦੇ ਵਿੱਚ, ਪਲੱਸ ਉਹਨਾਂ ਦੀ ਇਕੋਨਮੀ ਦੇ ਵਿੱਚ। ਇਸ ਕਰਕੇ ਤੁਹਾਨੂੰ ਬੁਲਾਉਣਗੇ। ਇਹ ਮਨ ਨਾ ਸੋਚੋ ਕਿ ਉਹ ਬੁਲਾਉਣਗੇ ਨਹੀਂ, 2 ਸਾਲ ਤੁਹਾਨੂੰ ਇੱਥੇ ਪੜ੍ਹਨ ਨੂੰ ਕਹਿਣਗੇ, ਨਹੀਂ। ਅੱਜ ਦੀ ਜਿਹੜੀ ਸਿਚੁਏਸ਼ਨ ਬੈਡ ਹੈਗੀ ਆ, ਕੁਛ ਨਹੀਂ ਪਤਾ ਕਦ ਇੰਪਰੂਵ ਹੋ ਜਾਊਗੀ। ਦੂਜੀ ਗੱਲ ਮਨ ਸਟੂਡੈਂਟਸ ਇਹ ਵੀ ਹੈਗਾ ਵਾ ਕਿ ਆਨਲਾਈਨ ਕਲਾਸਿਸ ਮੈਂ ਲਗਾਵਾਂ ਜਾਂ ਨਾ ਲਗਾਵਾਂ, ਇਹ ਇੰਟਾਇਰਲੀ ਤੁਹਾਡਾ ਡਿਸੀਜ਼ਨ ਆ। ਆਨਲਾਈਨ ਕਲਾਸਿਸ ਲਗਾਉਣ ਦਾ ਫਾਇਦਾ ਇਹ ਆ, ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਗਵਰਨਮੈਂਟ ਬਹੁਤ ਲੈਵਲ 'ਤੇ ਗੱਲਬਾਤ ਕਰ ਰਹੀ ਆ। ਅਗਰ ਕਾਲਜਿਸ ਕੱਲ੍ਹ ਨੂੰ ਸਟੂਡੈਂਟਸ ਨੂੰ ਬੁਲਾਉਂਦੇ ਨੇ, ਗਵਰਨਮੈਂਟ ਕਹਿੰਦੀ ਹੈ ਵੀ ਹਾਂ ਤੁਸੀਂ ਪਰਟੀਕੂਲਰ ਬੈਚ ਦੇ ਇੰਨੇ ਸਟੂਡੈਂਟ ਬੁਲਾ ਲਓ, ਤੇ ਉਹ ਸਭ ਤੋਂ ਪਹਿਲੇ ਜਿਹੜੀ ਪ੍ਰੈਫਰੈਂਸ ਮਿਲੂਗੀ ਉਹਨਾਂ ਬੱਚਿਆਂ ਨੂੰ ਮਿਲੂਗੀ, ਉਹਨਾਂ ਸਟੂਡੈਂਟਸ ਨੂੰ ਮਿਲੂਗੀ ਜਿਹੜੇ ਆਨਲਾਈਨ ਕਲਾਸਿਸ ਲਗਾ ਰਹੇ ਨੇ, ਕਿਉਂਕਿ ਕੁਝ ਲੈਵਲ ਤੱਕ ਦਾ ਪ੍ਰੋਗਰਾਮ ਪੜ੍ਹ ਚੁੱਕੇ ਨੇ। ਜਿਹੜੇ ਡੈਫਰ ਹੋ ਗਏ ਉਹਨਾਂ ਦੀ ਸਿਚੁਏਸ਼ਨ ਥੋੜੀ ਡਿਫਰੈਂਟ ਹੋਊਗੀ। ਹੁਣ ਕੁਝ ਇਹੋ ਜਿਹੇ ਪ੍ਰੋਗਰਾਮ ਨੇ ਜਿੱਥੇ ਡੈਫਰ ਤੁਹਾਨੂੰ ਲੈਣੀ ਹੀ ਪਊਗੀ, ਪ੍ਰੈਕਟੀਕਲ ਓਰੀਐਂਟਡ ਪ੍ਰੋਗਰਾਮ ਨੇ। ਉਹਨਾਂ 'ਚ ਵੀ ਕੁਝ ਇਹੋ ਜਿਹੇ ਪ੍ਰੋਗਰਾਮ ਹੈਗੇ ਨੇ ਜਿੱਥੇ ਪ੍ਰੈਕਟੀਕਲ ਐਲੀਮੈਂਟ 'ਚ ਉਹ ਥੋੜ੍ਹਾ ਸ਼ਿਫਟ ਕਰ ਸਕਦੇ ਨੇ, ਔਰ ਤੁਹਾਨੂੰ ਬਾਕੀ ਕੋਰਸਿਸ ਪਹਿਲਾਂ ਪੜ੍ਹਾ ਸਕਦੇ ਨੇ। ਕਾਲਜ ਯੂਨੀਵਰਸਿਟੀ ਦੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਈਜ਼ੀ ਪ੍ਰੋਗਰਾਮਸ ਨੇ ਜਾਂ ਤੁਹਾਡੇ ਜਿਹੜੇ ਮਾਈਨਰਸ ਨੇ, ਮੇਜਰ ਨਹੀਂ ਹੈਗੇ ਪ੍ਰੋਗਰਾਮ, ਉਹ ਕੋਰਸਿਸ ਉਹ ਤੁਹਾਨੂੰ ਪਹਿਲਾਂ ਪੜ੍ਹਾਉਣ, ਤਾਂ ਕਿ ਤੁਹਾਨੂੰ ਪੜ੍ਹਨਾ ਵੀ ਆਸਾਨ ਹੋਵੇ, ਔਰ ਤੁਹਾਨੂੰ ਕੱਲ੍ਹ ਨੂੰ ਜਿਹੜਾ ਉਹਨਾਂ ਦਾ ਮੇਨ ਮਕਸਦ ਉੱਥੇ ਬੁਲਾ ਕੇ ਤੁਹਾਨੂੰ ਇਨ ਕਲਾਸ ਪ੍ਰੋਗਰਾਮ ਦੇਣ ਦਾ, ਉਹ ਵੀ ਓਬਜੈਕਟਿਵ ਪੂਰਾ ਹੋ ਜਾਵੇ। ਇਸ ਕਰਕੇ ਤੁਹਾਨੂੰ ਆਪਣਾ ਡ੍ਰੀਮ ਸ਼ੈਟਰ ਕਰਨ ਦੀ ਲੋੜ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਤੁਸੀਂ ਜਾ ਨਹੀਂ ਪਾਓਗੇ, ਜ਼ਰੂਰ ਜਾ ਪਾਓਗੇ। ਕੈਨੇਡੀਅਨ ਗਵਰਨਮੈਂਟ ਨੇ ਹੁਣ ਤੱਕ ਜਿੰਨੇ ਵੀ ਸਟੈਪ ਲਏ ਨੇ ਜਾਂ ਅੱਗੇ ਵੀ ਲੈਣਗੇ, ਦੇ ਵਿਲ ਆਲ ਬੀ ਇਨ ਫੇਵਰ ਆਫ ਸਟੂਡੈਂਟਸ। ਸਾਰੇ ਪ੍ਰੋ ਸਟੂਡੈਂਟਸ ਹੋਣਗੇ, ਕੋਈ ਸਟੂਡੈਂਟਸ ਦੇ ਅਗੇਂਸਟ ਨਹੀਂ ਹੋਊਗਾ। ਵੀਜ਼ਾਸ ਵੀ ਕਾਫੀ ਗ੍ਰਾਂਟ ਹੋ ਰਹੇ ਨੇ। AIP ਦੀ ਸਪੀਡ ਥੋੜ੍ਹੀ ਜਿਹੀ ਸਲੋ ਜ਼ਰੂਰ ਹੈਗੀ ਆ। ਸਾਡੇ ਬੜੇ ਸਟੂਡੈਂਟ ਜਿਹੜੇ ਬੜੇ ਵਰਿਡ ਨੇ, ਜਿਨ੍ਹਾਂ ਦੀਆਂ ਕਲਾਸਿਸ ਅਰਲੀ ਸੈਪਟੰਬਰ ਸਟਾਰਟ ਹੋ ਰਹੀਆਂ ਨੇ, ਬਟ ਦੇयर इज नो ਚੋਇਸ, ਕੋਈ ਕੁਝ ਕਰ ਨਹੀਂ ਸਕਦਾ ਹੈਗਾ। ਅੱਜ ਵੀ ਇਮੀਗ੍ਰੇਸ਼ਨ ਕੈਨੇਡਾ ਫੁੱਲ ਫਲੈਜ ਕੰਮ ਨਹੀਂ ਕਰ ਰਹੀ ਹੈਗੀ, ਸਲੋ ਘੱਟ ਕੰਮ ਹੋ ਰਿਹਾ ਵਾ। ਰਿਫਿਊਜ਼ਲ ਦੀ ਗੱਲ ਕਰਦੇ ਹਾਂ, ਰਿਫਿਊਜ਼ਲ ਬਹੁਤ ਘੱਟ ਆ ਰਹੇ ਨੇ। ਸਾਡੇ ਕੋਲ ਤਾਂ ਮੈਕਸਿਮਮ ਜਿਹੜੇ ਰਿਫਿਊਜ਼ਲ ਆਏ ਉਹਨਾਂ ਬੱਚਿਆਂ ਦੇ ਨੇ ਜਿਨ੍ਹਾਂ ਦੇ ਪ੍ਰੋਫਾਈਲ ਐਵਰੇਜ ਸੀਗਾ। ਹਾਲਾਂਕਿ ਸਾਡੇ ਕੋਲ 5.5 ਬੈਂਡ ਵਾਲਿਆਂ ਦੇ ਵੀ ਕਾਫੀ EIPs ਆਏ ਨੇ। ਲਾਸਟ ਦੇ ਵਿੱਚ ਮੈਂ ਫਿਰ ਤੁਹਾਨੂੰ ਕਹੂੰਗਾ, ਤੁਹਾਨੂੰ ਆਪਦਾ ਡ੍ਰੀਮ ਸ਼ੈਟਰ ਕਰਨ ਦੀ ਲੋੜ ਨਹੀਂ ਹੈਗੀ, ਤੁਹਾਨੂੰ ਡਿਪਰੈਸ ਹੋਣ ਦੀ ਲੋੜ ਨਹੀਂ ਹੈਗੀ। ਆਨਲਾਈਨ ਕਲਾਸਿਸ ਲਗਾਓ, ਆਸਾਨ ਹੁੰਦਾ ਵਾ, ਕੋਈ ਮੁਸ਼ਕਿਲ ਕੰਮ ਨਹੀਂ ਹੁੰਦਾ। ਸ਼ੁਰੂ 'ਚ ਥੋੜ੍ਹਾ ਜਿਹਾ ਜ਼ਰੂਰ ਮੁਸ਼ਕਿਲ ਲੱਗਦਾ ਵਾ, ਤੁਹਾਨੂੰ ਪੈਸੇ ਸਪੈਂਡ ਕਰਨੇ ਪੈਣਗੇ ਲੈਪਟਾਪ ਦੇ ਉੱਪਰ, ਜਾਂ ਤੁਹਾਨੂੰ ਉਹਦੇ ਉੱਪਰ ਤੁਹਾਡੇ ਇੰਟਰਨੈਟ ਦੇ ਉੱਪਰ। ਲੈਪਟਾਪ ਤੁਹਾਡਾ ਉੱਥੇ ਜਾ ਕੇ ਵੀ ਇਹੀ ਕੰਮ ਆਉਣ ਵਾਲਾ ਵਾ, ਇਸ ਕਰਕੇ ਉਹ ਤੋਂ ਭਰਾਉਣ ਦੀ ਲੋੜ ਨਹੀਂ ਹੈਗੀ। ਹੁਣ ਇੱਕ ਵੱਡੀ ਗੱਲ ਆ, ਸਾਡੀ ਪਿੱਛੇ ਜਿਹੀ ਮੀਟਿੰਗ ਹੋਈ ਹੈ ਇਮੀਗ੍ਰੇਸ਼ਨ ਮਿਨਿਸਟਰ ਨਾਲ ਕੈਨੇਡਾ 'ਚ। ਅਸੀਂ ਉਹਨਾਂ ਪੁੱਛਿਆ ਸੀ ਸਵਾਲ ਕਿ ਕਿੰਨੇ ਸਟੱਡੀ ਪਰਮਿਟ ਤੁਸੀਂ ਗ੍ਰਾਂਟ ਕਰੋਗੇ, ਕਿੰਨੇ ਵੀਜ਼ਾਸ ਗ੍ਰਾਂਟ ਕਰੋਗੇ। ਉਹਨਾਂ ਨੇ ਦੱਸਿਆ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਉਹਨਾਂ ਦਾ ਆਬਜੈਕਟਿਵ ਐਟਲੀਸਟ ਘੱਟੋ ਘੱਟ 80,000 ਵੀਜ਼ਾ ਦੇਣ ਦਾ ਵਾ। 80,000 ਸਟੱਡੀ ਪਰਮਿਟ ਗ੍ਰਾਂਟ ਕਰਨ ਦਾ ਆਬਜੈਕਟਿਵ ਹੈਗਾ ਵਾ। ਇਫ ਆਲ ਵੈਂਟ ਵੈਲ, ਜੇ ਕੱਲ੍ਹ ਨੂੰ ਕੋਈ ਹੋਰ ਬੈਡ ਨਿਊਜ਼ ਨਹੀਂ ਆਉਂਦੀ, ਕੱਲ੍ਹ ਨੂੰ ਕਿਤੇ ਹੋਰ ਉਹਨਾਂ ਨੂੰ ਬੰਦ ਨਹੀਂ ਲਾਉਣਾ ਪੈਂਦਾ ਹੈਗਾ। ਬਾਕੀ ਅਸੀਂ ਰੈਗੂਲਰ ਇਸ YouTube ਚੈਨਲ ਦੇ ਉੱਪਰ ਹਰ ਤਰ੍ਹਾਂ ਦੀ ਅਪਡੇਟ ਪਾਉਂਦੇ ਰਹਿੰਦੇ ਹਾਂ। ਹੋਰ ਵੀ ਬਹੁਤ ਤਰ੍ਹਾਂ ਦੀਆਂ ਅਪਡੇਟਸ
ਸਟੂਡੈਂਟਸ ਨੂੰ ਲੈ ਕੇ, PR ਨੂੰ ਲੈ ਕੇ, PNP ਨੂੰ ਲੈ ਕੇ, ਸਪਾਊਸਿਸ ਨੂੰ ਲੈ ਕੇ ਅਸੀਂ ਰੈਗੂਲਰਲੀ ਇੱਥੇ ਪੋਸਟ ਕਰਦੇ ਰਹਾਂਗੇ। ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਸਾਡੇ 2 ਆਫਿਸ ਨੇ, ਜਲੰਧਰ, ਲੁਧਿਆਣਾ, ਦੋਨੋਂ ਆਫਿਸ ਇਸ ਟਾਈਮ ਤੇ ਆਪਰੇਸ਼ਨਲ ਨੇ। ਸਾਨੂੰ ਮਿਲਣਾ ਚਾਹੁੰਦੇ ਹੋ, ਪਲੀਜ਼ ਅਪਾਇੰਟਮੈਂਟ ਲਾ ਕੇ ਬਣਾ ਕੇ ਆਇਓ। ਮੈਨੂੰ ਤੁਸੀਂ ਆਮ ਤੌਰ 'ਤੇ ਜਲੰਧਰ ਮਿਲ ਸਕਦੇ ਹੋ। ਜਨਵਰੀ ਇਨਟੇਕ ਲਈ ਬਹੁਤ ਸਾਰੇ ਪ੍ਰੋਗਰਾਮ ਹਲੇ ਵੀ ਓਪਨ ਨੇ, ਕੁਝ ਪ੍ਰੋਗਰਾਮ ਬੰਦ ਵੀ ਹੋ ਗਏ ਨੇ, ਕੁਝ ਕਾਲਜ ਨੇ ਮਈ ਇਨਟੇਕ ਵੀ ਓਪਨ ਕਰ ਦਿੱਤਾ ਵਾ, ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਗਰ ਤੁਹਾਡੇ ਨੋਰਮ ਸਾਰੇ ਪੂਰੇ ਨੇ, ਜ਼ਰੂਰ ਸਾਨੂੰ ਆ ਕੇ ਮਿਲੋ। ਅਗਰ ਤੁਹਾਡੇ ਕਿਸੇ ਸਟੂਡੈਂਟ ਦੇ ਰਿਫਿਊਜ਼ਲ ਵੀ ਆਏ ਨੇ, ਤੁਸੀਂ ਵੀ ਅਗਰ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ, ਜ਼ਰੂਰ ਸਾਨੂੰ ਆ ਕੇ ਮਿਲ ਸਕਦੇ ਹੋ। ਬਾਕੀ ਕੁਝ ਇਨਫੋਰਮੇਸ਼ਨ ਸਟੂਡੈਂਟਸ ਦੀ ਸੀਗੇ, ਕੁਐਸਚਨਸ ਹਾਈਬ੍ਰਿਡ ਪ੍ਰੋਗਰਾਮਸ ਨੂੰ ਲੈ ਕੇ ਕਾਫੀ ਕਨਫਿਊਜ਼ਨ ਸੀਗਾ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਇਹੋ ਜਿਹੇ ਨੇ ਜਿਹੜੇ ਸਤੰਬਰ ਟੂ ਸਤੰਬਰ ਹੀ ਮਿਲਦੇ ਨੇ, ਔਰ ਕੁਝ ਹੋਰ ਵੀ ਬੜੇ ਕੁਐਸਚਨ ਸੀਗੇ ਲਾਸਟ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਨੀਚੇ ਵੀ ਤੁਸੀਂ ਆਪਣੇ ਕੁਐਸਚਨਸ ਕਮੈਂਟਸ ਪੋਸਟ ਕਰ ਸਕਦੇ ਹੋ। ਮੈਂ ਜ਼ਰੂਰ ਨੈਕਸਟ ਵੀਕ ਉਹਨਾਂ ਸਾਰੇ ਕੁਐਸਚਨਸ ਨੂੰ ਤੁਹਾਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗਾ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਹੋਗੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।